ब्रह्म ज्ञानी कै रंग, ब्रह्म ज्ञानी कै बसै प्रभ संग। ब्रह्म ज्ञानी कै नाम आधार, ब्रह्म ज्ञानी कै नाम परवार। ब्रह्म ज्ञानी सदा सद जागत, ब्रह्म ज्ञानी बुद्ध त्यागत। ब्रह्म ज्ञानी कै मन परमानंद, ब्रह्म ज्ञानी कै घर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। तो मैं आया शरणी आया, भरोसे आया, कृपा आया। ज्यों भावै त्यों राख स्वामी, मार्ग गुरह पठाया। ज्यों भावै त्यों राख स्वामी, मार्ग गुरह पठाया। ज़ारा ज़हूर हाजरा हजूर सर्व कला भरपूर समर्थ गुरु, लोग परलोक दे रक्षक भगत वशल, ज्ञान दा सागर, प्रतख सतगुरु समर्थ सतगुरु श्री गुरु ग्रंथ साहिब जी महाराज, सतगुरु जी पातशाह जी की पावन पवित्र गोद हजूरी और देश प्रदेश गुरु चरणों के नाल जुड़ रही साध संगत जी, धनता दे योग आप जी वडभागे हो। मुड़ महाराज जी ने मेहर की है, जैसा सतगुरु सुनीदा तैसो ही मैं डीठ, विछड़िया मेले प्रभु हर दरगे का बसीठ, हर नामो मंत्र दृढ़ाएंदा, कटे होमे रोग नानक सतगुरु तिना मिलाया, जिन्ना धुरे पिया संजोग। एक बहुत ही प्यारा संजोग बनिया ते साडा मेल होया गुरु दे नाल। संजोग एक कर्म दा ही रूप है। जदों कोई गुरु नूं मिलन दा अंदर कर्म प्रगट करदा है, भावना प्रगट करदा है, एक कर्म है, संजोग बन जाता। असी कई बार सौण तो पहला ही इस तरह का कर्म सोचते हाँ भी सवेरे इन्ने बजे उठना है, ਜਾਂ ਕੱਲ ਨੂੰ ਇੰਨੇ ਵਜੇ ਆਹ ਕੰਮ ਕਰਨਾ ਹੈ, ਜਾਂ ਗੁਰੂਦੁਆਰੇ ਜਾਣਾ ਹੈ, ਸੰਗਤ ਕਰਨੀ ਹੈ, ਕਿਸੇ ਗੁਰਮੁਖ ਪਿਆਰੇ ਨਾਲ ਜੁੜਨਾ ਹੈ, ਉਸ ਨੂੰ ਸੁਣਨਾ ਹੈ। ਇਹ ਕਰਮ ਇੱਕ ਸੰਯੋਗ ਦੇ ਰੂਪ ਦੇ ਵਿੱਚ ਤੁਰ ਪੈਂਦਾ ਹੈ, ਔਰ ਫਿਰ ਉਹ ਕਰਮ ਸਾਨੂੰ ਇੱਕ ਦੂਜੇ ਦੇ ਨਾਲ ਸੰਯੋਗ ਦੇ ਰੂਪ ਵਿੱਚ ਮਿਲਾ ਦਿੰਦਾ ਹੈ। ਜਦੋਂ ਸਾਡੇ ਅੰਦਰ शुभ भावनावां शुभ इच्छा प्रगट होई, देखो जो तुसी ਸਰਵਣ ਕਰਦੇ ਹੋ ਕੀਰਤਨ ਕਥਾ, आप जी ने उड़ीक रहिंदी है भी ये चीज़ जिहड़ी है कुछ ना कुछ ज्ञान की सरवण करिए। बस ये जिहड़ा
ਚੰਗੀ ਸੋਚ ਵਾਲਾ ਕਰਮ ਹੈ ਵੀ ਅਸੀਂ ਸ਼ਬਦ ਕੀਰਤਨ ਸਰਵਣ ਕਰਨਾ ਹੈ ਜਾਂ ਗੁਰਦੁਆਰੇ ਜਾਣਾ ਜਾਂ ਸੇਵਾ ਕਰਨੀ ਹੈ। ਇਹ ਜਿਹੜਾ ਕਰਮ ਐਸਾ ਸੰਜੋਗ ਬਣ ਜਾਂਦਾ ਸਾਨੂੰ ਆਪਣੇ ਸਤਿਗੁਰੂ ਦੇ ਨਾਲ ਮਿਲਾ ਦਿੰਦਾ। ਦੇਖੋ ਅਸੀਂ ਸੋਚ ਕੇ ਸੁੱਤੇ ਸੀ ਵੀ ਇੰਨੇ ਵਜੇ ਉੱਠ ਪਵਾਂਗੇ, ਇਸ਼ਨਾਨ ਕਰਾਂਗੇ, ਇੰਨੇ ਵਜੇ ਗੁਰੂਦੁਆਰੇ ਇੱਥੋਂ ਘਰੋਂ ਤੁਰਾਂਗੇ, ਇੰਨਾ ਚਿਰ ਬੈਠਾਂਗੇ, ਇੰਨਾ ਚਿਰ ਆ ਕੇ ਫਿਰ ਆਹ ਕੰਮ ਕਰਾਂਗੇ। ਰਾਤ ਹੀ ਸੋਹਣਾ ਵਿਚਾਰ ਕਰਮ ਮਨ ਵਿੱਚ ਆ ਗਿਆ ਤੇ ਫਿਰ ਇੱਥੋਂ ਹੀ ਪੈਦਾ ਹੋ ਗਿਆ ਸੰਜੋਗ। ਜਦੋਂ ਮਨੁੱਖ ਦੀ ਸੋਚ ਦੇ ਵਿੱਚ ਕੋਈ ਕਰਮ ਆਉਂਦਾ, ਜ਼ਿਹਨ ਦੇ ਵਿੱਚ ਕੋਈ ਭਾਵਨਾ ਪ੍ਰਗਟ ਹੁੰਦੀ ਹੈ, ਉਹ ਆਪੇ ਹੀ ਸੰਜੋਗ ਬਣਦਾ। ਸੋ ਇਸ ਕਰਕੇ ਜਦੋਂ ਸੰਜੋਗ ਬਣਦਾ ਤੇ ਫਿਰ ਪੂਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਨੂੰ ਮਿਲਾਪ ਮਿਲਦਾ, ਦੀਦਾਰ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਦਾ ਮਤਲਬ ਇਹ ਨਹੀਂ ਵੀ ਸਤਿਗੁਰੂ ਜੀ ਦੇ ਕੋਲ ਜਾ ਕੇ ਵੀ ਅਸੀਂ ਗੁਰੂ ਮਹਾਰਾਜ ਜੀ ਦਾ ਰੁਮਾਲਾ ਚੱਕ ਕੇ ਦਰਸ਼ਨ ਕਰਕੇ ਹੀ ਦਰਸ਼ਨ ਦੀਦਾਰ ਕਰਨੇ ਨੇ। ਗੁਰੂ ਦੀ ਗੋਦ, ਗੁਰੂ ਦੀ ਹਾਜ਼ਰੀ ਦੇ ਵਿੱਚ ਗੁਰੂਦੁਆਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੁੰਦੇ ਨੇ। ਜਿਵੇਂ ਮੈਂ ਅੱਗੇ ਵੀ ਬੇਨਤੀ ਕਰਦਾ, ਅੱਜ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ। ਜੇ ਕੋਈ ਦੂਰ ਬੈਠ ਕੇ ਸਰਵਣ ਕਰਦਾ ਪਿਆ, ਚਾਹੇ ਉਹ ਕਿਸੇ ਦੁਕਾਨ ਵਿੱਚ ਬੈਠਾ, ਆਪਣੀ ਗੱਡੀ ਵਿੱਚ ਬੈਠਾ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰ ਰਿਹਾ, ਭਾਵੇਂ ਉਹ ਚਾਰ ਦੀਵਾਰੀ ਵਿੱਚ ਹਾਜ਼ਰ ਨਹੀਂ, ਉਹਦੀ ਹਾਜ਼ਰੀ ਲੱਗ ਰਹੀ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ, 5000 ਸਕੁਅਰ ਫੁੱਟ ਦਾ ਹਾਲ ਹੋਵੇ ਤੇ ਉੱਥੇ ਮਾਈਕ ਨਾ ਲੱਗਾ ਹੋਵੇ, ਬਰਾਂਡੇ ਵਿੱਚ ਬੈਠੇ ਹੋਏ ਸੰਗਤ ਦੇ ਕਿਸੇ ਮੈਂਬਰ ਨੂੰ ਆਵਾਜ਼ ਨਹੀਂ ਸੁਣੇਗੀ। ਕਈ ਲੋਕ ਦੂਰ ਬੈਠੇ ਨੇ, ਉਹਨਾਂ ਨੂੰ ਸਟੇਜ ਤੇ ਬੋਲਣ ਵਾਲੇ ਦਾ ਚਿਹਰਾ ਵੀ ਨਹੀਂ ਦਿਸਦਾ। ਕੋਈ ਦੂਰ ਬਰਾਂਡੇ ਵਿੱਚ ਬੈਠੇ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਵੀ ਕੌਣ ਜਿਹੜਾ ਬੋਲ ਰਿਹਾ, ਪਰ ਆਵਾਜ਼ ਮਾਈਕ ਦੀ ਸਪੀਕਰ ਰਾਹੀਂ ਸਰਵਣ ਹੁੰਦੀ ਹੈ। ਇਹਦਾ ਮਤਲਬ ਹੈ ਉਹਨਾਂ ਦੀ ਉੱਥੇ ਬੈਠਿਆਂ ਦੀ ਹਾਜ਼ਰੀ ਹੀ ਲੱਗ ਰਹੀ ਹੈ। ਤੇ ਅੱਜ ਆਵਾਜ਼ ਜਿਹੜੀ ਹੈ ਤਕਨੀਕ ਰਾਹੀਂ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਜਾਂਦੀ ਹੈ। ਜਦੋਂ ਇਹ ਸਤਿਗੁਰੂ ਜੀ ਦੀ ਬਾਣੀ ਦੀ ਆਵਾਜ਼, ਚਾਹੇ ਕੋਈ ਵੀ ਤਕਨੀਕ ਹੋਵੇ, ਦੂਰ ਤੱਕ ਕੋਈ ਸਰਵਣ ਕਰਦਾ ਤੇ ਉਹਦੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲੱਗਦੀ ਹੈ। ਕਿਉਂਕਿ ਹਾਜ਼ਰੀ ਮਨ ਦੀ ਲੱਗਦੀ ਹੁੰਦੀ ਹੈ, ਸਰੀਰ ਦੀ ਨਹੀਂ। ਭਾਵੇਂ ਸਰੀਰ ਨੂੰ ਸਾਨੂੰ ਗੁਰਦੁਆਰੇ ਧਾਰਮਿਕ ਸਥਾਨ ਤੇ ਲਿਆਉਣਾ ਪੈਂਦਾ ਹੈ, ਪਰ ਗੁਰੂ ਮਹਾਰਾਜ ਜੀ ਉਦੋਂ ਤੱਕ ਸਾਡੀ ਹਾਜ਼ਰੀ ਪ੍ਰਵਾਨ ਨਹੀਂ ਕਰਦੇ ਜਦੋਂ ਤੱਕ ਸਾਡਾ ਮਨ ਨਹੀਂ ਟਿਕਦਾ ਜਾਂ ਆਉਂਦਾ। ਸਰੀਰ ਦੀ ਹਾਜ਼ਰੀ ਵਾਲਿਆਂ ਦੀ ਕਈ ਵਾਰ ਗੈਰ ਹਾਜ਼ਰੀ ਵੀ ਲੱਗ ਜਾਂਦੀ ਹੈ, ਜੋ ਮਨ ਕਰਕੇ ਹਾਜ਼ਰ ਨਹੀਂ ਹੁੰਦੇ। ਜੋ ਮਨ ਕਰਕੇ ਹਾਜ਼ਰ ਹੋ ਜਾਂਦੇ ਨੇ, ਭਾਵੇਂ ਉਹ ਦੂਰ ਬੈਠੇ ਨੇ, ਭਾਵੇਂ ਉਹ ਜਿੱਥੇ ਮਰਜ਼ੀ ਬੈਠੇ ਨੇ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਲੱਗਦੀ ਹੈ। ਗੱਲ ਕੀ ਹਾਜ਼ਰੀ ਤੇ ਮਨ ਨੇ ਲਵਾਉਣੀ ਹੈ, ਹਾਜ਼ਰੀ ਤੇ ਲੱਗਣੀ ਹੈ ਮਨ ਦੀ। ਜਿਸ ਦਾ ਮਨ ਹਾਜ਼ਰ ਹੈ ਉਹਦੀ ਹਾਜ਼ਰੀ ਲੱਗਣੀ। ਕਈ ਵਾਰ ਸਰੀਰ ਜਿਹੜਾ ਹੈ ਨਾ, ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ, ਕਈ ਵਾਰ ਟੀਚਰ ਸਾਹਿਬਾਨ ਹਾਜ਼ਰੀ ਲਗਾਉਂਦੇ ਸੀ, ਕਈ ਵਾਰ ਸਾਡਾ ਧਿਆਨ ਜਿਹੜਾ ਉਸ ਹਾਜ਼ਰੀ ਵੱਲੋਂ ਹਟ ਜਾਂਦਾ ਸੀ ਤੇ ਯਸ ਸਰ ਹਾਜ਼ਰ ਜੀ ਕਹਿਣਾ ਹੁੰਦਾ ਸੀ, ਕਈ ਵਾਰ ਮਿਸ ਹੋ ਜਾਂਦਾ। ਦੇਖੋ ਸਰੀਰ ਤੇ ਸਾਡਾ ਉੱਥੇ ਸਕੂਲ ਕਲਾਸ ਵਿੱਚ ਹਾਜ਼ਰ ਸੀ, ਪਰ ਜਦੋਂ ਹਾਜ਼ਰ ਜੀ ਜਾਂ ਯਸ ਸਰ ਆਖਣਾ ਸੀ, ਉਦੋਂ ਧਿਆਨ ਹੋਰ ਪਾਸੇ ਚਲਾ ਗਿਆ ਤੇ ਕੀ ਹੋਇਆ, ਟੀਚਰ ਨੇ ਰੈੱਡ ਲਾਈਨ ਲਾਤੀ। ਤੇ ਬਾਅਦ ਵਿੱਚ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਅਸੀਂ ਤੇ ਹਾਜ਼ਰ ਸੀ, ਸਾਡੀ ਹਾਜ਼ਰੀ ਕਿਉਂ ਨਹੀਂ ਲੱਗੀ। ਤੇ ਫਿਰ ਟੀਚਰ ਸਾਹਿਬਾਨ ਕਹਿੰਦਾ ਵੀ ਤੂੰ ਤੇ ਬੋਲਿਆ ਹੀ ਨਹੀਂ ਯਸ ਸਰ, ਤੂੰ ਤੇ ਹਾਜ਼ਰ ਆਪਣੇ ਹੋਏ ਨੂੰ ਪ੍ਰਗਟ ਹੀ ਨਹੀਂ ਕੀਤਾ, ਮੈਂ ਹਾਜ਼ਰ ਸੀ। ਤੇਰਾ ਧਿਆਨ ਗੱਲਾਂ ਵੱਲ ਸੀ, ਤੇਰਾ ਧਿਆਨ ਉਧਰ ਸੀ। ਇਸ ਕਰਕੇ ਉਹ ਹਾਜ਼ਰ ਹੁੰਦਾ ਹੋਇਆ ਵੀ ਬੱਚਾ ਕਲਾਸ ਵਿੱਚ ਗੈਰ ਹਾਜ਼ਰ ਹੋ ਜਾਂਦਾ ਰਜਿਸਟਰ ਤੇ, ਜੋ ਧਿਆਨ ਦੇ ਨਾਲ ਹਾਜ਼ਰੀ ਨਹੀਂ ਲਗਾਉਂਦਾ। ਸੋ ਇੱਥੇ ਵੀ ਇਸੇ ਤਰ੍ਹਾਂ ਦੀ ਗੱਲ ਚੱਲਦੀ ਹੈ।
ਸਰੀਰ ਦੇ ਭਾਵੇਂ ਸਾਡੇ ਗੁਰੂ ਦੀ ਗੋਦ ਵਿੱਚ ਬੈਠੇ ਹੁੰਦੇ ਨੇ, ਪਰ ਜੇ ਮਨ ਹਾਜ਼ਰ ਨਾ ਹੋਇਆ ਫਿਰ ਹਾਜ਼ਰੀ ਨਾ ਮੇਰੀ ਲੱਗ ਸਕਦੀ ਹੈ ਨਾ ਤੁਹਾਡੀ। ਜੇ ਅਸੀਂ ਮਨ ਕਰਕੇ ਹਾਜ਼ਰ ਨਾ ਹੋਈਏ ਤੇ ਜਿਹੜਾ ਦੂਰ ਬੈਠਾ ਸਰਵਣ ਕਰ ਰਹੇ ਹੈ ਸੋਸ਼ਲ ਮੀਡੀਆ ਰਾਹੀਂ, ਉਹ ਭਾਵੇਂ ਦੂਰ ਬੈਠਾ ਉਹ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੈ ਜਿਹੜਾ ਮਨ ਕਰਕੇ ਜੁੜਿਆ ਪਿਆ, ਕਿਉਂਕਿ ਉਹਦਾ ਧਿਆਨ ਪੂਰਾ ਹੈ, ਪੂਰਾ ਹੈ ਉਹਦਾ ਸਕਰੀਨ ਤੇ, ਉਹਦਾ ਫੋਕਸ ਪੂਰਾ ਹੈ, ਉਹ ਧਿਆਨ ਨਾਲ ਸਰਵਣ ਕਰ ਰਹੇ। ਇਸ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨੀ ਇਕਾਗਰ ਚੀਤ। ਬਹੁਤ ਵਾਰ ਸਰਵਣ ਕੀਤਾ ਹੈ, ਉਦੋਂ ਤੱਕ ਕਦੇ ਵੀ ਸਫਲਤਾ ਹਾਸਲ ਨਹੀਂ ਹੁੰਦੀ ਜਦੋਂ ਤੱਕ ਇਕਾਗਰਤਾ ਨਾ ਬਣੇ। ਇਕਾਗਰਤਾ ਨਾ ਬਣੇ ਤੇ ਅਡੋਲਤਾ ਨਹੀਂ ਆਏਗੀ, ਅਡੋਲਤਾ ਨਹੀਂ ਆਏਗੀ ਤੇ ਸ਼ਾਂਤੀ ਨਹੀਂ ਆਏਗੀ, ਸ਼ਾਂਤੀ ਨਹੀਂ ਆਏਗੀ ਤੇ ਮਨ ਦੁਖੀ ਰਹੇਗਾ, ਦੁਖੀ ਰਹੇਗਾ ਤੇ ਬਸ ਜ਼ਿੰਦਗੀ ਨਰਕ। ਇਹ ਸਾਰੀਆਂ ਜੁਗਤੀਆਂ ਜਿਹੜੀਆਂ ਨੇ, ਵਾਹ ਜੀ ਵਾਹ, ਇੰਨੀ ਪਿਆਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਵਾੜ ਖੋਲ ਦਿੰਦੀ ਹੈ, ਦੱਸ ਦਿੰਦੀ ਹੈ ਵੀ ਬੰਦੇ ਜੀਵਨ ਹੈ ਕਿ ਬੰਦੇ ਤੇਰੀ ਸੋਚ ਹੈ ਕਿ ਬੰਦੇ ਤੂੰ ਹੈ ਕਿ ਬੰਦੇ ਬੰਦਗੀ ਇੱਕ ਤਿਆਰ। ਸਾਹਿਬ ਰੋਸ ਧਰੋਂ ਕੇ ਪਿਆਰ ਕਰ ਬੰਦੇ, ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ। ਗੁਰੂ ਪਾਤਸ਼ਾਹ ਜੀ ਦੱਸ ਦਿੰਦੇ ਨੇ ਵੀ ਬੰਦਿਆ, ਬੰਦਾ ਬਣਨ ਦੇ ਲਈ ਬੰਦਗੀ ਦਾ ਹੋਣਾ ਕਿੰਨਾ ਜ਼ਰੂਰੀ ਹੈ। ਬੰਦਗੀ ਕਿਸ ਨੂੰ ਕਹਿੰਦੇ ਹਨ? ਇੱਕ ਹੱਥ ਵਿੱਚ ਮੇਰੇ ਮਾਲਾ ਹੋਵੇ ਤੇ ਮੈਂ ਉਸ ਮਾਲਾ ਨੂੰ ਫੇਰੀ ਜਾਵਾਂ ਤੇ ਮੈਂ ਹਰ ਵੇਲੇ ਹੀ ਮੂੰਹ ਦੇ ਵਿੱਚੋਂ ਬੋਲੀ ਜਾਵਾਂ ਰਾਮ ਰਾਮ, ਵਾਹਿਗੁਰੂ 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 ਵਾਹਿਗੁਰੂ। ਕੇਵਲ ਇਸ ਨੂੰ ਬੰਦਗੀ ਨਹੀਂ ਕਹਿੰਦੇ, ਕੇਵਲ ਇਸ ਨੂੰ ਬੰਦਗੀ ਨਹੀਂ ਕਹਿੰਦੇ। ਮੈਂ ਕਥਾ ਵੀ ਤੁਹਾਡੇ ਨਾਲ 1 ਘੰਟਾ 2 ਘੰਟਾ ਸਾਂਝੀ ਕਰ ਲਵਾਂ। ਜੇ ਕੱਲੀ ਮੇਰੀ ਜਵਾਨ ਹੀ ਹਿਲਦੀ ਪਈ ਹੈ ਤੇ ਫਿਰ ਇਹ ਬੰਦਗੀ ਨਹੀਂ ਹੈ। ਮੇਰੀ ਕਹੀ ਹੋਈ ਗੱਲ, ਕਥਾ, ਵਿਆਖਿਆ ਬੰਦਗੀ ਬਣ ਸਕਦੀ ਹੈ। ਤੁਹਾਡੀ ਸੁਣੀ ਹੋਈ ਰੱਬ ਦੀ ਗੱਲ, ਕੀਰਤਨ, ਕਥਾ, ਵਾਰ, ਕਵਿਤਾ ਬੰਦਗੀ ਬਣ ਸਕਦੀ ਹੈ, ਬੰਦਗੀ ਬਣ ਸਕਦੀ ਹੈ। ਪਰ ਬੰਦਗੀ ਦੇ ਲਈ ਆਪਣੇ ਮਨ ਨੂੰ, ਜਿਵੇਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ, ਹਾਜ਼ਰ ਨਾਜ਼ਰ ਸਤਿਗੁਰੂ ਜੀ ਨੂੰ ਸਮਝ ਕੇ ਆਪਣੇ ਆਪ ਨੂੰ ਹਾਜ਼ਰ ਕਰਨਾ ਪਏਗਾ, ਆਪਣੇ ਆਪ ਨੂੰ ਹਾਜ਼ਰ ਕਰਨਾ ਪਏਗਾ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ। ਇਕੱਲਾ ਜਪਣ ਦੇ ਨਾਲ ਬੰਦਗੀ ਨਹੀਂ ਹੁੰਦੀ, ਕਿਉਂਕਿ ਬਾਣੀ ਦਾ ਅੱਗੇ ਫਰਮਾਨ ਆ ਰਿਹਾ ਹੈ, ਕੱਲਾ ਮੂੰਹ ਦੇ ਨਾਲ ਮੈਂ 5 ਬਾਣੀਆਂ ਪੜ੍ਹ ਲਵਾਂ, ਮੈਂ ਮੂੰਹ ਦੇ ਨਾਲ ਬੋਲ ਕੇ ਵਾਹਿਗੁਰੂ 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 ਦਾ ਅਭਿਆਸ ਵੀ ਕਰ ਲਵਾਂ, ਤੇ ਜੇ ਮੈਂ ਕਹਿ ਦੇਵਾਂ ਵੀ ਇਹ ਪੂਰਨ ਬੰਦਗੀ ਹੋ ਗਈ, ਪੂਰਨ ਨਹੀਂ ਅਜੇ ਹੋਈ, ਪੂਰਨ ਨਹੀਂ ਹੋਈ, ਪੜਾ ਨਹੀਂ, ਅਜੇ ਪੂਰਨ ਥੋੜ੍ਹਾ ਹੋਈ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਤੇਰੇ ਇਕੱਲੇ ਕਹਿਣ ਦੇ ਨਾਲ ਬੰਦਗੀ ਨਹੀਂ, ਬੰਦਾ ਬੰਦਗੀ ਵਾਲਾ ਨਹੀਂ ਬਣਦਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਵਿੱਚ ਬਹੁਤ ਬ੍ਰਾਹਮਣ ਲੋਕ, ਪੰਡਤ ਲੋਕ, ਕਾਜੀ ਲੋਕ, ਗ੍ਰੰਥੀ ਭਾਈ, ਪਾਠੀ ਲੋਕ ਕਿੰਨਾ ਪਾਠ ਕਰ ਦਿੰਦੇ ਨੇ। ਕੀ ਇਹ ਬੰਦਗੀ ਬਣ ਜਾਂਦੀ ਹੈ? ਗੁਸਤਾਖੀ ਮਾਫ। ਬਹੁ ਗਿਣਤੀ ਆਸਾ ਦੀ ਵਾਰ ਦੀ ਇੱਕ ਪੰਕਤੀ ਕਲੀਅਰ ਕਰਦੀ ਹੈ, ਰੋਟੀਆਂ ਕਾਰਨ ਪੂਰੈ ਤਾਲ, ਆਪ ਚਾੜੈ ਧਰਤੀ ਨਾਲ। ਦੁਨੀਆ ਦੇ ਵਿੱਚ ਧਰਮ ਨੂੰ ਧਰਮ, ਸੱਚ ਨੂੰ ਸੁੱਚੀ ਕਿਰਤ ਕੋਈ ਵਿਰਲਾ ਹੀ ਬਣਾਉਂਦਾ, ਨਹੀਂ ਤੇ ਮਤਲਬ ਹੱਲ ਹੋਇਆ, ਡਿਊਟੀ ਮੁੱਕੀ। ਗੁਸਤਾਖੀ ਮਾਫ। ਸਾਰਿਆਂ ਦੀ ਇਹ ਗੱਲ ਨਹੀਂ ਤੇ ਚਲੋ ਤੂੰ ਆਪਣੇ ਘਰ ਰਾਜੀ, ਮੈਂ ਆਪਣੇ ਘਰ ਰਾਜੀ, ਪਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ। ਜੋ ਬੰਦਗੀ ਵਾਲਾ ਹੁੰਦਾ ਹੈ ਉਹਦੇ ਕੋਲ ਕੱਲੀ ਕਥਨੀ ਨਹੀਂ ਹੁੰਦੀ, ਕਰਨੀ ਹੁੰਦੀ ਹੈ। ਉਹਦੇ ਕੋਲ
कथनी नहीं हुंदी, करनी हुंदी है। अगे भी तुसीं शरण कीता प्रमाण। कोई परखण लगा किसी साधु नूं, कहंदा जी तुहाडा नाम की है? कहंदा मेरा नाम दसो। कहंदा फिर भी तुहाडा नाम की है? कहंदा जी मेरा नाम है शीतल दास। अच्छा। कहंदा तुहाडा नाम की है? कहंदा मेरा नाम है शीतल दास। तुहाडा नाम की है? कहंदा शीतल दास। वो होर वार वार रिपीट करी जावे। उन्हें जो 4-5 बार रिपीट किया, उन्होंने गुस्सा चढ़ गया। वो गुस्से दे विच उसनूं बोलन लग पिया, कहंदा दौड़ जा, भज जा, बोल तेन पता नहीं लगता। कहंदा भी शीतल दास ते नहीं, मैनूं तो लगदा भंबड़ दास लगदा है। मतलब शीतलता मैनू तेरे नाम दे विचों नहीं मिली, तेरे गुस्से तो मैं अंदाजा ला लिया भी तू कौन है, तेरी शख्सियत। मैं सोहनी पग बन्नी होवे जां तुसीं सोहने वस्त्र पाए होण, किसी नूं मिलो, अंदाजा लाउणा नहीं चाहिए ये बंदा किस तरह दा है। उहदे नाल बैठो, गुफ्तगू होवे, विचार साझे कीते जान, सच की गल कीती जावे, रब की गल कीती जावे, बंदे दी शख्सियत अपने आप उभरन लगदी है। आगी गल उत्ते कथनी कह भरम न जाए, सो कथ कथ रही लुकाई। एक होर पंक्ति ले लैने आ, ज़्यादा क्लीयर होएगा। आशा दी वार दी, पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात, पढ़ी है जेते बरस बरस, पढ़ी है जेते मास। बड़ी जिंदगी लंघ जाती है, सालां महीने बंदा पढ़ी जांदा, पढ़ी जांदा, पढ़ी जांदा। महाराज जी कहते ग्रंथ भी पढ़ लेगा, इतिहास भी पढ़ लेगा, सब तो वड्डी गल सी खुद नूं पढ़न दी कि खुद नूं पढ़िया। जे तू खुद नूं पढ़िया ही नहीं तो फिर तू मंजिल तक किवें पहुंचेगा। तो महाराज जी कहते एक शब्द पढ़ना सी ते ओनू विचार विच लियाउणा सी। जिन्ने भी शब्द पढ़ते हैं उत्थे शब्द दी अरंभता दे विच थोड़ा चिर बाद ही आ जाता है रहाओ। कहते ने भी जिन्ना पढ़िया इत्थे विचार करो। सुखनी साहब नूं असीं पढ़ते हैं ते गुरबाणी गुरु ग्रंथ साहब जी पढ़ते हैं, सारे पासे लिखिया किनका एक जिस जी वसावै ताकि महिमा गणी न आवे। एक अखर हर मन वस्त नानक होत निहाल, एक शब्द मेरे प्राण बस्त है बहुड़ जन्म ना आवा। गुरबाणी दी एक पंक्ति एक अखर दी महिमा जड़ी है बहुत ज्यादा है, पर जे उस अखर नूं मन विच वसा लिया। देखो रब नूं पाउणा प्रेम दे नाल। जे किसी नूं प्रेम लफ्ज दी डेफिनेशन समझ आ गई, जिसनों गुरु गोबिंद सिंह महाराज जी ने आखे है भी साच कहूँ सुन लेहो सब है जिन प्रेम कियो तिन ही प्रभ पायो। जे एक ही अखर प्रेम दा कोई बंदा दृढ़ कर लवे भी मैं प्रेम ही करना, प्रेम ही कमाउना, प्रेम ही वंडना, प्रेम ही करना, प्रेम ही वंडना ते प्रेम दे विच ही रहना, ते इहदे नालों वड्डी होर बंदगी की होए। जिस दे अंदर प्रेम आ गया, ये तो एक अवस्था है, एक बहुत वड्डी अवस्था है। ते ये अवस्था गुरु की कृपा ते ज्ञान द्वारा ही सानू प्राप्त होएगी। सो इस करके जो भी असीं सुनते हाँ इसनूं प्रेम दे नाल, सुनाउण वाला प्रेम दे नाल, सुनन वाला प्रेम दे नाल, ना बोलन वाला काल करे ना सुनन वाला काल करे। समझ आओ, बोली हुई चीज दी कही हुई चीज दी समझ आओ। जे मैनू समझ ना आएगी मैं अगे तोरी नहीं पावांगा। जिन्हां बच्चों नूं क्लास विच बैठिया नूं समझ नहीं लगती, जिन्हां नूं समझ लग जाती बच्चों नूं ते सवाल कढ लैंदे ने। कई थोड़ा औखा समझते ने, बाद विच समझते ने। सारिਆਂ ਦਾ दिमाग तेज नहीं होता, उन्होंने हौली हौली समझ लगती है। पर समझ का लगना बहुत जरूरी है, चाहे किसी को पहला लग जाए
ਚਾਹੇ ਕਿਸੇ ਨੂੰ ਬਾਅਦ ਵਿੱਚ ਲੱਗ ਜਾਏ, ਜਦੋਂ ਤੱਕ ਸਮਝ ਨਹੀਂ ਲੱਗੇਗੀ ਉਦੋਂ ਤੱਕ ਕੋਈ ਵੀ ਪ੍ਰੋਗਰੈਸ ਨਹੀਂ ਹੋਏਗੀ। ਜਿੰਨੀ ਵੀ ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਜੀ ਕਹਿੰਦੇ ਇਹ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ। ਇਹ ਸਾਡੇ ਗੁਰੂਆਂ ਨੇ ਅਕਥ ਕਥਾ ਜਿਹੜੀ ਕਹਿ ਦਿੱਤੀ ਹੈ, ਇਸ ਨੂੰ ਸਮਝਣ ਦੇ ਲਈ ਸੋਝੀ ਚਾਹੀਦੀ ਹੈ। ਤੇ ਸੋਝੀ ਕਿੱਥੋਂ ਮਿਲਦੀ ਹੈ? ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਪਰ ਬਾਣੀ ਨੂੰ ਸਮਝਣ ਦੀ ਮਤ ਵੀ ਚਾਹੀਦੀ ਹੈ। ਧਿਆਨ ਦੇਣਾ, ਕੱਲੀ ਕੰਨਾਂ ਰਾਹੀਂ ਬਾਣੀ ਸੁਣਨ ਨੂੰ ਨਹੀਂ ਚਾਹੀਦੀ, ਬਾਣੀ ਨੂੰ ਸਮਝਣ ਦੀ ਮਤ ਵੀ ਚਾਹੀਦੀ ਹੈ। ਇਹ ਮਤ ਮਹਾਰਾਜ ਜੀ ਕਹਿੰਦੇ ਇਸ ਮਤ ਸਾਧੂ ਤੇ ਪਾਈ। ਇਹ ਵੀ ਮਹਾਰਾਜ ਜੀ ਮੈਨੂੰ ਸਮਝ ਲੱਗ ਜਾਏ, ਮੈਨੂੰ ਬਾਣੀ ਵਾਲਾ ਜੀਵਨ, ਬਾਣੇ ਵਾਲਾ ਜੀਵਨ ਮਿਲ ਜਾਏ। ਇਹ ਮਤ ਕਿੱਥੋਂ ਮਿਲਦੀ ਹੈ? ਸਮਤ ਕਿੱਥੋਂ ਮਿਲਦੀ ਹੈ? ਫਿਰ ਇੱਕ ਪੰਕਤੀ ਹੋਰ ਪੜ੍ਹ ਲੈਂਦੇ ਆ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਮਤ ਗੁਰੂ ਤੋਂ ਲੈਣੀ ਪਏਗੀ। ਸੁਣਿਆ ਆਹ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਭਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਤਲਬ ਕਹੀ ਹੋਈ ਸੁਣਾਈ ਹੋਈ ਚੀਜ਼ ਨੂੰ ਜਦੋਂ ਤੱਕ ਕੋਈ ਪ੍ਰੈਕਟੀਕਲ ਰੂਪ ਦੇ ਵਿੱਚ ਨਹੀਂ ਮੰਨੇਗਾ, ਉਦੋਂ ਤੱਕ ਜੀਵਨ ਦੇ ਵਿੱਚ ਖੁਸ਼ਹਾਲੀ ਆਨੰਦ ਨਹੀਂ ਆਏਗਾ। ਸਾਡੇ ਟੀਚਰ ਹੁੰਦੇ ਸੀ ਨਾ, ਇੱਕ ਪੀਰੀਅਡ 40 ਮਿੰਟ ਦਾ ਲਗਭਗ, ਉਹ ਪੂਰੇ ਕਈ ਟੀਚਰ 40 ਮਿੰਟ ਪੂਰਾ ਹੀ ਬੋਲਦੇ ਰਹਿੰਦੇ ਸਨ। ਤੇ ਗੁਸਤਾਖੀ ਮਾਫ, ਕਈ ਵਾਰ ਸਾਨੂੰ ਸਮਝ ਨਹੀਂ ਆਉਣੀ ਸੀ, ਨਹੀਂ ਆਉਂਦੀ ਸੀ, ਤੇ ਫਿਰ ਉਹਦਾ ਵਿਚਾਰੇ ਦਾ ਉੱਚੀ ਉੱਚੀ ਬੋਲਣਾ ਤੇ ਸਾਡੇ ਕੰਨਾਂ ਦਾ ਉੱਚੀ ਉੱਚੀ ਸੁਣਨਾ ਕਿੱਧਰ ਗਿਆ? ਕੁਛ ਪੱਲੇ ਹੀ ਨਹੀਂ ਪਿਆ। ਜੇ ਪੱਲੇ ਨਹੀਂ ਪਿਆ ਤੇ ਫਿਰ ਅਗਲੇ ਦਿਨ ਡਰ ਵੀ ਤੇ ਲੱਗਣਾ ਹੀ ਹੈ ਨਾ, ਕਿਉਂਕਿ ਸਵਾਲ ਹੱਲ ਨਹੀਂ ਹੋਣਾ। ਸੋ ਇਸੇ ਤਰ੍ਹਾਂ ਸਾਡੇ ਸਤਿਗੁਰੂ ਜੀ ਦੀ ਗੁਰਬਾਣੀ ਹੈ। ਜਦੋਂ ਤੱਕ ਸਾਨੂੰ ਗੁਰਬਾਣੀ ਦੀ ਸਮਝ ਨਾ ਆਈ, ਉਦੋਂ ਤੱਕ ਸਾਡਾ ਜੀਵਨ ਜਿਹੜਾ ਉੱਚਾ ਤੇ ਸੁੱਚਾ ਕਦੇ ਵੀ ਨਹੀਂ ਬਣ ਸਕਦਾ। ਇਸ ਲਈ ਤਾਂ ਹੀ ਅਸੀਂ ਰੋਜ਼ ਸ਼ਬਦ ਦੀ ਵਿਚਾਰ ਕਰਦੇ ਹਾਂ। ਲੜੀਵਾਰ ਸ਼ਬਦ ਦੀ ਵਿਚਾਰ ਦਿਓ, ਕਿੰਨੇ ਚਿਰ ਤੋਂ, ਸਾਲਾਂ ਤੋਂ ਸ਼ੁਰੂ ਕੀਤੀ ਹੋਈ ਹੈ, ਔਰ ਗੁਰੂ ਮਹਾਰਾਜ ਨੇ ਇੰਨਾ ਕੁ ਗਿਆਨ ਬਖਸ਼ ਦਿੱਤਾ ਹੈ, ਔਰ ਇਹ ਗਿਆਨ ਜਿਹੜਾ ਵੱਧਦਾ ਹੀ ਜਾਂਦਾ ਹੈ, ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ। ਜਿਉਂ ਅਸੀਂ ਗੁਰਬਾਣੀ ਰੂਪੀ ਸਾਗਰ ਦੇ ਵਿੱਚ ਗੁਰਸਾਗਰ ਰਤਨੀ ਭਰਪੂਰੇ ਚੁੱਭੀ ਲਾਵਾਂਗੇ, ਇਹ ਗਿਆਨ ਹੋਰ ਅੱਗੇ ਸਾਨੂੰ ਖਿੱਚਦਾ ਲੈ ਕੇ ਜਾਏਗਾ। ਹੋਰ ਕਹੇਗਾ ਵੀ ਆ ਜਾ ਤੂੰ, ਹੋਰ ਤੈਨੂੰ ਮੈਂ ਜਲਵੇ ਦਿਖਾਨਾ, ਹੋਰ ਤੈਨੂੰ ਮੈਂ ਗਹਿਰਾਈਆਂ ਤੱਕ ਦਿਖਾਨਾ ਵੀ ਅੰਦਰ ਹੈ ਕੀ ਹੈ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸ਼ੀ ਫੁੱਟ ਮਰਾਂ। ਜਦੋਂ ਚੁੱਭੀ ਲਾਈ ਮਹਾਰਾਜ ਜੀ ਦੀ ਬਾਣੀ ਕਹਿੰਦੀ, ਉਦੋਂ ਫਿਰ ਦੇਖਿਆ ਮੈਨੂੰ ਸੰਸਾਰ ਦੀ ਨਾਸ਼ਵੰਤਤਾ ਦਾ ਔਰ ਪ੍ਰਮਾਤਮਾ ਦੇ ਸੱਚ ਹੋਣ ਦੀ ਪਹਿਚਾਨ ਮਿਲ ਗਈ। ਮੈਂ ਫਿਰ ਇਹ ਪੜ੍ਹ ਕੇ ਸੁਣਾਇਆ, ਬਾਬਾ ਬਿਖ ਦੇਖਿਆ ਸੰਸਾਰ। ਫਿਰ ਇਹ ਮੈਂ ਪੜ੍ਹਿਆ, ਫਿਰ ਇਹ ਮੈਂ ਸਮਝਿਆ, ਮੈਨੂੰ ਸੱਚ ਤੇ ਝੂਠ ਦਾ ਪਤਾ ਲੱਗਿਆ। ਬਾਬਾ ਬਿਖ ਦੇਖਿਆ ਸੰਸਾਰ। ਮੈਨੂੰ ਫਿਰ ਪਤਾ ਲੱਗ ਗਿਆ ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਵੀ ਪਤਾ ਲੱਗ ਗਿਆ। ਮੈਨੂੰ ਇਹ ਵੀ ਪਤਾ ਲੱਗ ਗਿਆ ਸੱਚਾ ਕਿਹੜਾ ਤੇ ਝੂਠਾ ਕਿਹੜਾ, ਬਿਲਕੁਲ ਪਤਾ ਲੱਗ ਗਿਆ। ਦੇਖੋ, ਜੱਗ ਨੂੰ ਸੱਚ ਦਾ ਰੂਪ ਵੀ ਕਹਿੰਦੇ ਨੇ ਤੇ ਜੱਗ ਨੂੰ ਝੂਠਾ ਵੀ ਕਹਿੰਦੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਕਿਉਂਕਿ ਜਿਹੜੇ ਝੂਠੇ ਬੰਦੇ ਨੇ ਉਹਨਾਂ ਦਾ ਝੂਠ ਫੜਿਆ ਗਿਆ। ਜਿਹੜੇ ਮਤਲਬ ਬੰਦੇ ਨੇ ਉਹਨਾਂ ਦੀ ਵੀ ਮੈਨੂੰ ਪਹਿਚਾਨ ਹੋ ਗਈ, ਤੇ ਜਿਹੜੇ ਸੱਚੇ ਬੰਦੇ ਨੇ ਉਹਨਾਂ ਬਾਰੇ ਵੀ ਮੈਨੂੰ ਗਿਆਨ ਹੋ ਗਿਆ। ਪਤਾ ਲੱਗ ਗਿਆ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਇਸ ਕਰਕੇ ਸੱਚ ਦੀ ਪਹਿਚਾਨ ਹੋਣੀ, ਇਸ ਨੂੰ ਬ੍ਰਹਮ ਗਿਆਨ ਕਹਿੰਦੇ ਨੇ। ਤੇ ਬ੍ਰਹਮ ਗਿਆਨੀ ਦੀਆਂ ਪੰਕਤੀਆਂ ਚੱਲ ਰਹੀਆਂ ਨੇ ਕਈ ਰੋਜ਼ ਤੋਂ। ਆਓ ਅੱਜ ਦੇ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਪੰਕਤੀ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਗਿਆਨ ਮਿਲਣਾ। ਇਸੇ ਤਰ੍ਹਾਂ ਇਕਾਗਰਤਾ ਰੱਖਿਓ ਔਰ ਜੁੜੇ ਰਹਿਓ। ਪੰਕਤੀ ਦੀ ਆਰੰਭਤਾ ਜੀ, ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਜਿਹੜਾ ਹੁੰਦਾ ਹੈ ਉਹ ਕੋਈ ਵੀ ਹੋ ਸਕਦਾ, ਤੁਸੀਂ ਵੀ ਹੋ ਸਕਦੇ। ਬ੍ਰਹਮ ਗਿਆਨੀ ਕੈ ਏਕੇ ਰੰਗ, ਪਰ ਉਹਦੇ ਗੁਣ ਅਸੀਂ ਸਰਵਣ ਕਰ ਲਈਏ, ਜਿਸ ਦੇ ਵਿੱਚ ਹੋਣਗੇ ਉਹ ਕੁਆਲੀਫਾਈਡ ਹੋਏਗਾ, ਉਹ ਯੋਗਤਾ ਵਾਲਾ ਹੋਏਗਾ, ਕੋਈ ਵੀ ਹੋਵੇ।
महाराज जी कहते वो इको ही परमेश्वर के रंग दे विच रंगिया रहिंदा है। मैं बहुत सिंपल उदाहरण देना हुन्ना, सौखी समझ लग जाती है। एक दर्जी कोलों कोई कपड़ा सवाउंदा है ना, कोई 2 साल तो सवाउंदा हुंदा है, कोई 10 साल तो, ते जे वो दूजे दर्जी को चला जाए तो ओदी फिटिंग सही नहीं आउंदी। ध्यान देना, उस दर्जी नूं पता हुंदा है भी आ जिहड़ा मेरा गाहक है भी ये किस तरह दा ड्रैस पहनना, किस तरह की फिटिंग पहननी पसंद करता। जो कोई बदल लेंदा है उसनूं एडजस्ट करना औखा हो जाता है। मतलब कहने का जदों असी एक थां ते जुड़े रहांगे, एके रंग दे विच रंगे रवांगे, केवल श्री गुरु ग्रंथ साहब जी नूं फॉलो करते रवांगे, फिर ते हर गल फिट आउंदी रहेगी। ते जे असी गुरु ग्रंथ साहब जी तो बगैर किसी होर ग्रंथ नूं, इहदा मतलब ये नहीं असी ग्रंथ नूं किसी नूं पढ़ना नहीं, सुनना नहीं, क्योंकि हर धर्म की मर्यादा अलग अलग है। असी जिस धर्म दे विच पैदा होए हैं सारियां नूं सारे अपने अपने धर्म मुबारक, अपने अपने धर्म मुताबक चलना चाहिए। सो असी अपने श्री गुरु ग्रंथ साहब जी की जो विचारधारा है, जो सिद्धांत सिक्ख्या है, उसनों ही फॉलो करना, उसदे मुताबिक चलना है। इस करके असी केवल गुरु नानक दा रंग श्री गुरु ग्रंथ साहब चों जो मिलता है ना, असी जी उहदे नाल जुड़े रहांगे तो जिंदगी दे विच कदी भी धोखा नहीं खावांगे। जे असी, मैं अज तुहानूं इस ग्रंथ की कथा सुना रहा, कल मैं होर ग्रंथ को स्टडी करके ओहदी तुहानूं कथा सुनाउण लग पां, परसों होर तीजा चौथा पंजवां, तो वह गल नहीं बनेगी। हाँ, प्रमाण जरूर लए जा सकते हैं, पढ़िया सब नूं जा सकता है, पर पूरन भरोसा केवल ते केवल एक ते ही है। महाराज जी कहते जो ब्रह्म ज्ञानी होंदा है ना, जो सतपुरख होंदा है ना, जो गुरमुख प्यारा होंदा है, वो केवल अपने गुरु नूं, केवल अपने गुरु नूं ही फॉलो करता है। सारे गुरु माड़े नहीं होंदे, सारे चंगे होंदे, पर महाराज जी कहते एक नाल जुड़ के रही, एक नाल जुड़ के रही। ठीक है जी, एक नाल। रिश्तेदारियां विच रिश्ते तो बहुत होंदे ने, पर जो रिश्ता साडा गुरु दी हजूरी दे विच एक पति और पत्नी दा बनदा है, वो रिश्ता बहुत क्लोज होंदा है, बहुत ज्यादा। जिवें कल परसों भी बेनती कीती सी भी धीआं होण, पुत्तर होण, चाचे होण, ताए होण, मासियां होण, मामे होण, नानके होण, दादके होण, अपनी अपनी जगह सारे सैट हो जाते हैं। पर जिहड़े जीवन साथी ने इकट्ठे रहिंदे ने, तां करके बाणी विच जिन्नी भी उदाहरण दित्ती है वो केवल ते केवल एक पति ते पत्नी दी दित्ती है। ये सब तो क्लोज रिश्ता मन्निया गया है। इस करके पति असी मनते हैं अपने सतगुरु नूं, अपने रब नूं, ते असी जीव इस्त्रियां दे रूप दे विच एक नाता बनाउंदे हां गुरबाणी राही, गुरबाणी दी सिक्ख्या राही। इस करके महाराज जी कहते पति इक्को ही होना चाहिए, दो नहीं। पति एक होना चाहिए, पिता एक होना, एक हुंदा ही एक है, पिता हुंदा ही एक है, पति हुंदा ही एक है। इस करके महाराज जी कहते ब्रह्म ज्ञानी क्या एक है रंग, ओदे हिरदे विच केवल इक्को ही वसदा है अकाल पुरख, इको ही घर दा वो बन के रहिंदा है। ब्रह्म ज्ञानी के बसे प्रभ संग। सो इस करके ओदा मालक जदों वो एक दा बन गया ना, ओदा मालक उसदे अंग संग रहिंदा है। होर मैं साफ कर दियां, देश प्रदेश तुसीं सरवण कर रहे हो, एक पति नूं जे किते अपनी पति दे गलत होण दा पता लग जाए, ध्यान देना, एक पति नूं अपने पत्नी दा गलत होने का जे किते पता लग जाए, डाउट या शक पैदा हो जाए कि उसका उस दे नाल प्रेम रहेगा, कि उसनू उस द्वारा हक मिलणगे, कदी भी नहीं। हक खत्म हो जाएंगे, रिश्ते विच दरार त्रेड़ आ जाएगी, फिक पै जाएगी, खत्म हो जाएगी सारी कहानी। क्यों क्यों महाराज जी कहते एक नाल ही जुड़ के रहना सी, पति वरता ताई कहते ने। महाराज जी कहते, पातशाह जी कहते विआह हुआ मेरे बावला, गुरमुखे हर पाया, अज्ञान अंधेरा कटिया, गुर ज्ञान प्रचंड बुलाया।
ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਇੱਕ ਹੋਰ ਪੰਕਤੀ ਇਹਦੇ ਵਿੱਚ ਆਉਂਦੀ, ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ। ਇਸ ਕਰਕੇ ਤੂੰ ਸਦਾ ਜੀਵ ਇਸਤਰੀ ਸਦਾ ਸੁਹਾਗਣ ਰਹਿਣਾ ਤੇ ਸਦਾ ਹੀ ਤੇਰਾ ਪਤੀ ਤੂੰ ਸਦਾ ਸਲਾਮਤ ਨਿਰੰਕਾਰ ਰਹੇਗਾ, ਪਰ ਉਸ ਨੂੰ ਛੱਡੀ ਨਾ। ਮਤਲਬ ਕਹਿਣ ਦਾ ਇਹ ਮੇਰਾ ਵੀ ਗੁਰੂ ਨਾਨਕ ਦੇ ਘਰ ਨੂੰ ਨਹੀਂ ਛੱਡਣਾ। ਚਾਚਿਆਂ ਦੇ ਜਾਓ, ਤਾਇਆਂ ਦੇ ਜਾਓ, ਮਾਮਿਆਂ ਦੇ ਜਾਓ, ਮਾਸੜਾਂ ਦੇ ਜਾਓ, ਜਿੱਥੇ ਮਰਜ਼ੀ ਜਾਓ, ਸਾਰਿਆਂ ਨਾਲ ਪਿਆਰ ਬਣਾਓ। ਪਰ ਜੋ ਪਿਓ ਦਾ ਘਰ ਹੁੰਦਾ ਹੈ ਨਾ, ਜੋ ਮਾਂ ਦੀ ਗੋਦ ਵਿੱਚ ਆਪਣੀ ਆ ਕੇ ਆਨੰਦ ਆਉਂਦਾ ਹੈ ਨਾ, ਜੋ ਆਪਣੇ ਘਰ ਵੱਲ ਦੌੜ ਕੇ ਆਨੰਦ ਆਉਂਦਾ ਹੈ ਨਾ, ਕਿਸੇ ਦੇ ਘਰ ਵੱਲ ਕਿੱਥੇ ਆਉਂਦਾ। ਚਾਚੇ ਤਾਇਆਂ ਦੇ ਜਾ ਕੇ ਉਹ ਗੱਲ ਬਣੇਗੀ ਜੋ ਆਪਣੇ ਘਰ ਵਿੱਚ ਮਿਲਦੀ ਹੈ, ਪਿਆਰ ਮਿਲਦਾ, ਕਦੀ ਵੀ ਨਹੀਂ। ਇਸ ਕਰਕੇ ਜੋ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲੇਗਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲੇਗਾ, ਉਹ ਰੰਗ ਦੁਨੀਆ ਦੇ ਕਿਸੇ ਹੋਰ ਘਰ ਤੋਂ ਤੈਨੂੰ ਮਿਲ ਨਹੀਂ ਸਕਦਾ। ਇਸ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ। ਜਦੋਂ ਉਸ ਨੇ ਇੱਕੋ ਹੀ ਰੰਗ ਦੇ ਵਿੱਚ ਆਪਣੇ ਆਪ ਨੂੰ ਜੋੜ ਲਿਆ, ਰਲਾ ਲਿਆ, ਮਿਕਸ ਕਰ ਲਿਆ, ਤੇ ਉਹ ਮਾਲਕ ਉਹਦਾ ਬਣ ਗਿਆ। ਉਹਨੂੰ ਪਤਾ ਵੀ ਇਹ ਮੇਰਾ, ਇਹ ਮੇਰੇ ਲਈ, ਇਹ ਮੇਰੇ ਲਈ ਹੀ ਸਭ ਕੁਝ ਕਰ ਰਿਹਾ, ਮੇਰੇ ਲਈ ਹੀ ਸਭ ਕੁਝ ਕਰ ਰਹੀ ਹੈ। ਇਸ ਕਰਕੇ ਆਪਸ ਪਿਆਰ ਬਹੁਤ ਗਹਿਰਾ ਤੇ ਗੂੜਾ ਹੋ ਜਾਂਦਾ ਜਦੋਂ ਸਾਡੇ ਸਤਿਗੁਰੂ ਨੂੰ ਪਤਾ ਲੱਗ ਜਾਂਦਾ ਵੀ ਇਹ ਮੇਰੇ ਤੋਂ ਬਗੈਰ ਤੇ ਕਿਸੇ ਨੂੰ ਹੋਰ ਯਾਦ ਹੀ ਨਹੀਂ ਕਰਦਾ, ਮੇਰੇ ਤੋਂ ਬਗੈਰ ਤੇ ਹੋਰ ਕਿਸੇ ਦਾ ਧਿਆਨ ਹੀ ਨਹੀਂ ਧਰਦਾ, ਇਹ ਦੂਜੀ ਬੇੜੀ 'ਚ ਤਾਂ ਪੈਰ ਹੀ ਨਹੀਂ ਰੱਖਦਾ। ਬਾਬਾ ਮੱਖਣ ਸ਼ਾਹ ਦਾ ਬੇੜਾ ਕਿਉਂ ਪਾਰ ਹੋਇਆ ਸੀ? ਉਹਨੇ ਗੁਰੂ ਨਾਨਕ ਦੇ ਘਰ ਨੇ ਸ਼ੁਰੂ ਤੋਂ, ਉਹਨਾਂ ਦੇ ਬਜ਼ੁਰਗ ਜਿਹੜੇ ਸੀ ਨਾ, ਜਿੰਨੇ ਬਜ਼ੁਰਗ ਸੀ ਗੁਰੂ ਪਾਤਸ਼ਾਹ ਤੋਂ ਲੈ ਕੇ, ਪਿੱਛੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕੇ, ਸਾਰੇ ਗੁਰੂ ਨਾਨਕ ਦੇ ਆਸਥਾ, ਭਰੋਸਾ, ਸ਼ਰਧਾ, ਪ੍ਰੇਮ ਰੱਖਦੇ ਸਨ। ਗੁਰੂ ਨਾਨਕ ਦੇ ਘਰ ਤੋਂ ਬਗੈਰ ਹੋਰ ਕਿਧਰੇ ਵੀ ਨਹੀਂ ਉਹ ਜਾਂਦੇ ਸੀ। ਇਸ ਕਰਕੇ ਮੇਰੇ ਮਨ ਇੱਕ ਸਿਉਂ ਚਿਤ ਲਾਏ, ਤੇ ਗੁਰੂ ਨਾਨਕ ਦੇ 9ਵੇਂ ਰੂਪ ਦਾ ਉਹਨਾਂ ਨੇ ਜਦੋਂ ਧਿਆਨ ਧਰਿਆ ਸੀ, ਤੇ ਫਿਰ ਪਤਾ ਹੈ ਉਹਨਾਂ ਨੂੰ ਵੀ ਇਹ ਮੇਰਾ ਸਿੱਖ ਹੈ, ਇਹ ਮੇਰਾ ਹੈ, ਇਹ ਮੇਰੇ ਤੋਂ ਬਗੈਰ ਹੋਰ ਕਿਧਰੇ ਜਾਂਦਾ ਹੀ ਨਹੀਂ। ਮੈਂ ਤੇ ਹੋਰ ਸਿੰਪਲ ਉਦਾਹਰਨ ਇੱਕ ਦਿੰਦਾ ਹੁੰਦਾ, ਪਿੰਡ ਵਿੱਚ, ਸ਼ਹਿਰ ਵਿੱਚ 2 ਪਾਰਟੀਆਂ ਹੋਣ, ਬੰਦਾ ਸਵੇਰੇ ਇੱਕ ਪਾਰਟੀ ਦੇ ਬੰਦੇ ਕੋਲ ਆਪਣਾ ਕੰਮ ਹੱਲ ਕਰਾਉਣ ਲਈ ਚਲਾ ਜਾਏ, ਦੁਪਹਿਰ ਨੂੰ ਦੂਜੀ ਪਾਰਟੀ ਵਾਲੇ ਕੋਲ, ਤੇ ਸ਼ਾਮ ਨੂੰ ਤੀਜੀ ਪਾਰਟੀ ਵਾਲੇ ਕੋਲ, ਤੇ ਪਤਾ ਲੱਗ ਜਾਂਦਾ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਕਰਦਾ। ਉਹ ਕਹਿੰਦੇ ਵੀ ਇਹ ਤੇ ਕਿਸੇ ਪਾਸੇ ਦਾ ਨਹੀਂ, ਇਹ ਸਾਰਿਆਂ ਕੋਲ ਤੁਰਿਆ ਫਿਰਦਾ। ਤੇ ਜਿਹੜਾ ਇੱਕ ਦੇ ਨਾਲ ਜੁੜਿਆ ਹੁੰਦਾ ਉਹ ਪੂਰਾ ਜ਼ੋਰ ਲਾ ਦਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਇੱਕ ਨਾਲ ਜੁੜ ਕੇ ਰਹੀ ਬਈ, ਉਹਨੂੰ ਵੀ ਪਤਾ ਹੋਏਗਾ ਤੇਰਾ, ਉਹਨੂੰ ਵੀ ਪਤਾ ਹੋਏਗਾ ਤੇਰਾ। ਅਸੀਂ ਵੀ ਕਹਿੰਦੇ ਯਾਰ, ਯਾਰ ਤੂੰ ਮੈਨੂੰ ਕੰਮ ਕਿਹਾ ਸੀ ਤੇ ਹੁਣ ਉਹੀ ਕੰਮ ਦੂਸਰੇ ਨੂੰ ਕਹੀ ਜਾਂਦਾ ਮੇਰੇ ਸਾਹਮਣੇ, ਤੂੰ ਉਹਦੇ ਕੋਈ ਕਰਾ ਲੈ। ਇਸ ਕਰਕੇ ਜਿਹੜਾ ਰੱਬ ਪਰਮਾਤਮਾ ਹੈ ਤੇ ਗੋਡ ਇਜ਼ ਵਨ, ਇੱਕ ਹੈ, ਪਰ ਜੋ ਕਾਨੂੰਨ, ਜੋ ਮਰਿਆਦਾ, ਜੋ ਧਰਮ, ਜੋ ਢੰਗ ਬਣਿਆ ਹੋਇਆ ਹੈ, ਜਿਸ ਘਰ ਦੇ ਵਿੱਚ ਅਸੀਂ ਪੈਦਾ ਹੋਏ, ਫਰਜ਼ ਅਸੀਂ ਉੱਥੇ ਅਦਾ ਆਪਣੇ ਪੂਰੇ ਕਰਨੇ ਨੇ, ਤੇ ਸਾਨੂੰ ਪੂਰਾ ਹੱਕ ਵੀ ਮਿਲਣਾ, ਉਸ ਘਰ ਤੋਂ ਹੀ ਮਿਲਣਾ। ਹੋਰ ਦੂਜੇ ਘਰ ਦਾ ਕੋਈ ਸਾਨੂੰ ਹੱਕ ਨਹੀਂ ਦੇ ਸਕਦਾ। ਪਿਓ ਨੇ ਆਪਣੀ ਜਮ੍ਹਾਂ ਕੀਤੀ ਹੋਈ ਸਾਰੀ ਪੂੰਜੀ ਸਾਨੂੰ ਦੇਣੀ, ਸਾਡੇ ਬਾਪ ਨੇ ਸਾਨੂੰ ਦੇਣੀ ਹੈ। ਕੋਈ ਹੋਰ, ਕੋਈ ਸਾਡਾ ਕੋਈ ਵੀ ਰਿਸ਼ਤੇਦਾਰ ਹੋਵੇ, ਆਪਣਾ ਬੈਂਕ ਬੈਲੈਂਸ ਕਦੀ ਵੀ ਸਾਨੂੰ ਨਹੀਂ ਦੇਗਾ, ਜਿੰਨਾ ਮਰਜ਼ੀ ਗਹਿਰਾ ਰਿਸ਼ਤਾ ਕਿਉਂ ਨਾ ਹੋਵੇ। ਕਦੀ ਚਾਚੇ ਤਾਏ ਮਾਮੇ ਕਦੀ ਦਿੰਦੇ ਨੇ, ਸਾਰੀ ਜ਼ਿੰਦਗੀ ਦੀ ਕਮਾਈ ਪੈਨਸ਼ਨ ਸਾਡੇ ਨਾਲ ਲਾ ਦੇਣਗੇ। ਪਿਓ ਲਾ ਦਿੰਦਾ ਹੈ, ਪਿਓ ਸਾਰੀ ਕਮਾਈ ਕੀਤੀ ਇਕੱਠੀ ਕਰਕੇ ਨੇ 40-30 ਲੱਖ ਉਹ ਬੱਚੇ ਨੂੰ ਵਿਦੇਸ਼ ਭੇਜ ਦਿੰਦਾ, ਉਹਨੂੰ ਕੋਈ ਬਿਜ਼ਨਸ ਖੋਲ ਕੇ ਦੇ ਦਿੰਦਾ। ਬਾਕੀ ਕੋਈ ਰਿਸ਼ਤੇਦਾਰ ਹਾਂ ਥੋੜ੍ਹੀ ਬਹੁਤੀ ਮਦਦ ਕਰ ਦੇਣਗੇ, ਉਹ ਵੀ ਉਧਾਰੇ ਬਾਅਦ ਵਿੱਚ ਮੰਗ ਲੈਣਗੇ। ਪਰ ਜਿਹੜਾ ਪਿਤਾ ਹੁੰਦਾ ਉਹ ਸਾਰਾ ਕੁਝ ਇਕੱਠਾ ਕਰਕੇ ਵੇਚ ਕੇ ਵੀ, ਜਗ੍ਹਾ ਪਹਿਲੀ ਘਰ ਵੀ ਵੇਚ ਕੇ ਆਪਣੇ ਬੱਚਿਆਂ ਨੂੰ ਸੈੱਟ ਕਰ ਦਿੰਦਾ ਹੈ, ਕਿਉਂਕਿ ਪਿਤਾ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਪਿਤਾ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ। ਉਹਦੇ ਆਪਣੇ ਮੂੰਹ ਦੇ ਵਿੱਚੋਂ ਕੱਢ ਕੇ ਨਾ, ਮਾਂ ਆਪਣੇ ਮੂੰਹ ਦੇ ਵਿੱਚੋਂ ਕੱਢ ਕੇ ਨਾ ਆਪਣੀ ਔਲਾਦ ਨੂੰ ਦੇ ਦਿੰਦੀ, ਕਈ ਵਾਰ ਆਪ ਭੁੱਖੀ ਵੀ ਰਹਿ ਲੈਂਦੀ। ਇਹ ਕੌਣ ਕਰ ਸਕਦਾ ਹੈ? ਇਹ ਬਾਣੀ ਰੂਪੀ ਮਾਂ, ਬਾਣੀ ਰੂਪੀ ਸਾਡਾ ਗ੍ਰੰਥ ਰੂਪੀ ਪਿਤਾ ਗੁਰੂ ਗ੍ਰੰਥ ਸਾਹਿਬ ਹੀ ਕਰ ਸਕਦੇ ਨੇ, ਹੋਰ ਕੋਈ ਕਰ ਨਹੀਂ ਸਕਦਾ। ਬਸ ਇਹੀ ਘਰ ਹੈ, ਹੋਰ ਕੋਈ ਘਰ ਨਹੀਂ। ਹੋਣਗੇ ਪਰ ਅਸੀਂ ਇਸ ਘਰ ਨੂੰ ਹੀ ਆਪਣਾ ਘਰ ਸਮਝਣਾ,
मान नाल आ सकांगे, मान नाल बैठ सकांगे। आओ अगली पंक्ति महाराज जी को सरवण करते हैं। पातशाह कृपा करो। ब्रह्म ज्ञानी कै नाम परिवार, ब्रह्म ज्ञानी कै नाम आधार। ब्रह्म ज्ञानी जिहड़ा सतपुरख हुंदा है, उहदे जीवन का आधार, उहदे प्राणां दा आधार, उहदा सब कुछ केवल नाम ही हुंदा। नाम उहदा सब कुछ, उहदी जायदाद, उहदी प्रॉपर्टी। जिवें असीं कह दिंदे ना आम लोग कि साडी किहड़ी जमीन जायदाद है, जो असीं कमाउने आ जां जो साडी जॉब है, यही साडी प्रॉपर्टी है। कह दिंदे आ ना, सानूं होर किहड़ी कोई कमाई है जी, साडी कोई जमीन नहीं है, साडी यही प्रॉपर्टी, जिहड़ी जॉब करदे आ, जो पेंशन मिलदी, यही प्रॉपर्टी है। तो महाराज जी कहंदे ब्रह्म ज्ञानी दी किहड़ी प्रॉपर्टी है? पता की उहदी है नाम। ਜਿਹੜੇ भी गुरमुख प्यारे ने उन्हां दा आधार जिंदगी दा प्राणां दा की है? नाम। ब्रह्म ज्ञानी के नाम आधार, ब्रह्म ज्ञानी के नाम परिवार। ब्रह्म ज्ञानी दा परिवार नाम ही है, नाम ही उसका परिवार है। ते नाम किहनूं कहंदे ने? सारी सृष्टि नाम दा ही रूप है। मेरा परिवार 5 10 20 जी होणगे, महाराज जी कहते हैं सारा परिवार है मेरा। जिन्ने गरीब, जिन्ने लाचार, जिन्ने बेसहारा, ये सारा मेरा परिवार है। इस परिवार दे लई मैं उजड़ जावां। गुरु गोबिंद सिंह जी कहते, वाह जी वाह, धन गुरु गोबिंद सिंह पिता, तां ही पिता कही जाने महाराज। कहते पंथ वसे मैं उजड़ा, मेरा पंथ, मेरा ये संसार, ये बेसहारा लोग, ये लोड़वंद लोग, ये गरीब लोग, ये सदा वसदे रहन, भावें मेरा सारा परिवार वारिया जाए, मेरा कुछ भी ना रहे, पर ये सुखी रहन, ये खुश रहन। ये कौन इदा करता है जी? ये पिता करता है। पर वो पिता करता जिसने सारे संसार को अपना परिवार समझिया हुंदा है। सतपुरख जिहड़ा ब्रह्म ज्ञानी है, वो सारे संसार को अपना परिवार समझदा है। जिवें असीं पिछले दिनों संत बाबा प्रेम सिंह जी का जीवन तुहानूं डिटेल दे विच सरवण करवाया, गुरु महाराज ने कृपा करके। उन्होंने उन्हां दी कोई औलाद सी, उन्होंने अपनी औलाद दे लई सब कुछ करदे सी? वो नहीं। ब्रह्म ज्ञानी दा सारा संसार परिवार हुंदा, सारा ही संसार, सारी लुकाई, इत्थों तक जीव ते निर्जीव, केवल बंदे नहीं, पशु पंछी भी, ਉਹਦੇ पशु पंछियां ਨੂੰ भी पालते ने, उन्हों भी भला करते हैं। बंदियां दी गल ते बहुत वड्डी है। ਉਹਦੇ ਜਿਹੜੇ निर्जीव ने, दरख्त ने, पौधे ने, हवा है, पानी है, जो भी कुदरत है, सब की संभाल करते हैं, सब का सत्कार करते हैं, जिवें सच्चे पातशाह ने सानू सिखाया होया। सो इस करके ब्रह्म ज्ञानी का परिवार किहड़ा? नाम। नाम के धारे सगले जंत। मिल गया ना जवाब सानू कितनी छेती। नाम के धारे खंड ब्रह्मांड, सब कुछ नाम ही है। महाराज जी कहते खोज के देखी मूल रूप मुड, तेनू मिलेगा परमेश्वर। कोई सागर नू खोज के देखे ते कहेगा भी वाह तेरी कुदरत पातशाह, बलहारी कुदरत वसिया। इंज तू कहेगा किसी भी चीज़ की तह तक जाके देख। अब माइक ही चलता पिया ना, ये बारे सोचन लग जा, तू कहेगा वाह 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 सच्चे पातशाह, तू सच्ची नाई कमाल कर देती है। आ जी माइक की आवाज़ है, 1000 किलोमीटर दूर इस वे जा रही है। आ सामने गुरमुख प्यारे बैठे सुनते पे ने, लाइव आ रही है ना। इनू वाह ही कह सकते हैं ना। ये बंदे दे दिमाग की उपज नहीं है, गुस्ताखी माफ। असी कहांगे माइक है, इंटरनेट है, सब कुछ बंदे ने। वो बंदे दे दिमाग नू किसने बनाया? उस अकाल पुरख ने। आपे भांडे साजिए ना, पंक्ति पढ़नी है ना हुण, आपे भांडे साजिए ना, आपे पूर्ण दे। आप ही भांडा बनाया, किसी का भांडा तो पूरा बना दिता, कई नूं फुल पूरा दिमाग ही नहीं मिलिया। नहीं मिलिया, नहीं ना मिलिया, उन्होंने दिमाग पूरा काम नहीं करता। इस करके उहदे हथ है। जे सब कुछ चल रहा, तकनीक चल रही है, तुसीं सुन रहे हो, 10 बोल रहे हैं, ये परमात्मा की बख्शिश है, उसकी मेहर सदका ही है।
ये सब कुछ उसकी मेहर सदका हो रहा। इस करके महाराज जी कहते एड्डी वड्डी दृष्टि होंगी है सब रब दे प्यारे दी, ओदे लई सारा संसार ही ओदा परिवार है। वो नाम दा रूप सब नूं समझ लैंदा है। ब्रह्म ज्ञानी के नाम परिवार, ब्रह्म ज्ञानी सदा सद जागत, ब्रह्म ज्ञानी अहम बुद्ध त्यागत, सदा सद जागत। जिहड़ा सुता रहिंदा है उन्होंने कई बार ना चोर उहदे घरों चोरी करके लै जांदे। दुकान किसी ने खोली, मैं देखे ने क्योंकि दुकानदारी भी बहुत की है ना, और कई बार मैं मेरे को खुद को कई सुते सुते कोई न्याणे चीज चक के लै जांदे। किसी दुकानदार दे साडे कोल लगे सी ओहदा कपड़े का थान कोई चुक के लै गया, वो बेचारा सुता सी। जे कोई अपनी जिंदगी दे विच सुता रहा, जे कोई ज्ञान तो दूर रहा, अज्ञानता दी नींद दे विच सुता रहा, ते 5 चोरां दे विचों किसी ना किसी ने आके इसनूं लुट के लै जाना। ते जिहड़ा गुरमुख प्यारा हुंदा है ना, जिहड़ा सतपुरख हुंदा है ना, महाराज जी कहंदे हो सदा सद जागत, सतगुरु जागता है दियो। वो नहीं सौंदा। सौण का मतलब ये नहीं भी रेस्ट नहीं वो करता, इनू सौण की गल नहीं की। मतलब वो अपनिया जिम्मेवारियां तो जां ओ जो कर्म करता ओदे तो अवेसला नहीं हुंदा, सुस्ती नहीं पाउंदा, वो बिल्कुल अलर्ट रहिंदा। तुसीं देखना सतपुरख किसी महात्मा नूं जे कोई मिलिया होवे किसी नूं, वो हमेशा ही चढ़दी कला वाला दिसेगा और बड़ा ही सहज वाला। इंज ना समझना भी मैं सियाना भी उन्होंने कुछ पता नहीं, बहुत कुछ पता होंदा है। वो हमेशा अलर्ट है। वो साडे हाव भाव तो ही, साडी देखनी तो ही अंदाजा, साडे मत्थे तो ही अंदाजा ला लैंदा है भी ये चीज़ की है जिहड़ी मेरे सामने बैठी है। गुस्ताखी माफ, चंगे ते बुरे की पहचान उन्हों हुंदी है बहुत ज़्यादा। दृष्टि बड़ी वड्डी हुंदी है, साडी दृष्टि वर्गी नहीं होती हुंदी दृष्टि सतपुरख की। इस करके वो सदा ही जागत, ब्रह्म ज्ञानी सदा सद जागत। जदों वो जागदा है ते जदों वो ते हमला करना आउंदे ना, काम क्रोध लोभ मोह अहंकार नींद, ये जिहड़ा है ना ये भज जांदे ने। वो कहंदे भी ये ते जागदा। जो किसी के घर लाइटां लोग क्यों जगा के रखते हैं, ऑटोमैटिक लाइटां जगदियां ने भी बाहर पता लगता रहे। लोग बाहर जाते हैं तां भी बरांडे की गैलरी की लाइट जगा के जाते हैं। कोई चोर चोरी करने वाला लंघे तो पता लगे घर वाले घर ही ने, ये जागते ने। चौकीदार होका की देंदे ने जागते रहो, मतलब की हुंदा भई सौना जाई, सौना जाई। महाराज जी कहते अज्ञानता की नींद में सौना जाई, नहीं तो 5 ने तेरा घर लुट के लै जाना। जो तू अखा खोलनिया ने तो कख भी नहीं बचना। मारे लुटे नीत नीत किसी आगे करीब पुकार जाना। सो इस करके ब्रह्म ज्ञानी नूं ये 5 जड़े ने ये प्रभावित नहीं कर सकते, उसनों लुट नहीं सकते, क्योंकि वह सदा ही जागदा रहिंदा, सदा ही अलर्ट रहिंदा, सदा ही ज्ञान का प्रकाश ज्ञान का चानन उसनों रहिंदा। कोई भी चीज़ उस पर हमला नहीं कर सकती, चाहे विकारां दे रूप में क्यों ना आवे। ब्रह्म ज्ञानी अहम बुद्ध त्यागत, ਉਹਦੇ ਵਿੱਚ बिल्कुल मैं करने वाली चीज़ नहीं हुंदी। वो अपने विचों हंकार रूपी कंडे नूं बाहर कढ़ के सुटिया हुंदा, उन्होंने दुख नहीं लगता। तुसीं देखना सानू कोई गल कवे असीं एकदम अग बबूले हो जाने, लाल हो जाने, क्योंकि साडे अंदर अजे कंडा है। तो कोई सतपुरख नूं तुसीं देखो, हाय हाय धन धन गुरु अमरदास महाराज जी ठुड्डा भी मार देंदे ने भाई दातू जी, फिर भी इन्ने ठंडे इन्ने शीतल। इनू की कहते हैं, इनू तो कहते हैं वस्ता। वो कुछ कहता ही नहीं, वो कुछ कहते ही नहीं, क्योंकि पापी दे खात्मे दे लई, पापी दे पतन दे लई उहदा पाप ही बहुत काफ़ी है। ध्यान देना, पापी कोई अपराधी होवे ना, उन्होंने उहदे पाप ने ही लै जाना, मार देना। कोई बहुत क्रिमिनल बंदा होवे ना, क्राइम बहुत करता होवे, तुसीं देखना उसनों उसदे पाप अपने आप ही खत्म कर देंगे, क्योंकि पाप का अंत मौत होती है। इस करके महाराज जी ने क्या, मैं नहीं कहता बाणी दी जो भी दस बोलता नाल ही महाराज जी पंक्ति देंदे ने, पाप कमावदे हैं तेरा कोई ना बेली रहा।
तू कर पाप, कोई गल नहीं, किसी को नहीं पता लगता, तेरे पापा नू अपने आप उसने प्रगट कर देना। सो इस करके महाराज जी कहते कंडा नहीं हुंदा सतपुरख दे अंदर, केड़ा ब्रह्म ज्ञानी आहां बुद्ध त्यागत, उसने अहंकार नू मैं मेरी नू छड्डिया हुंदा, तिलांजलि दे दित्ती हुंदी है। ब्रह्म ज्ञानी कै मन परमानंद, उस दे हिरदे दे विच दीन दुनिया दा मालक वसिया हुंदा है, अकाल पुरख। ब्रह्म ज्ञानी के घर सदा आनंद, चाहे वह बाहरला घर होवे ते चाहे हिरदे रूपी घर होवे, निज घर होवे, सारे पासे ही महाराज जी कहंदे ओनू खुशी खड़ा होई रहिंदा है। कबीर भगत दे घर शाम की रसद होंदी नहीं, वो तां भी सदे पत्र देंदे रहिंदे ने, आ जाओ बई गुरसिखो मेरे घर आके लंगर पानी छको, लंगर पानी छको। भगत कबीर जी दी पत्नी लोई कहती एक बारी महाराज तुसीं बस जिन्हों मर्जी सदे दे देंदे हो, घर दे एक टाइम की रोटी पूरी होंदी ते किदां चलेगा। भगत जी कहते तू कद चिंता कर दी मैं, तू ना चिंता करया कर, असी थोड़ा करना है कुछ, असी की किसी ने खुआ सकते हैं। चलो इतने साखी भी है एक, पर हुण समा नहीं मैं साखी सुनावा, पंक्ति सरवण करवा देंदा। कबीर ना हम किया ना करेंगे, ना कर सके शरीर, क्या जानो किशार किया। भयो कबीर कबीर असी पुण्य की कर सकते हैं, असी किसी ने की कपड़ा लीला या लंगर छका सकते हैं, साडी औकात की है। असी ते आप रब को मंग के अपना तन ढकते पे हैं, गुस्ताखी माफ असी सारे मंगते हाँ, हम भीखक भिखारी दे असी ते आप महाराज जी को मंगते तन, मंग के तन ढकते पे हैं। सारी दुनिया तन नहीं ढक सकती, सारी दुनिया ढिड नहीं भरदी 2-3 वक्त, सारी दुनिया छत हेठ नहीं रहिंदी। सानू तां नहीं पता क्योंकि असी सोना खांदे पहनदे हैं, चंगी छत हेठ रहिंदे हैं, जो दिल करता है वह करते हैं। इस करके सानू ये एहसास नहीं कदी उधर सुरत लैके जानी जिन्हां कोल छत नहीं, जिन्हां को रोटी नहीं, जिन्हां को पहनण लई वस्त्र नहीं, उन्हां नूं कहंदे ने नरक वाली जिंदगी। जो बंदा चाहुंदा है वह खा लैंदा पी लैंदा, इनू कहंदे ने स्वर्ग। होर स्वर्ग नरक किहड़े ने जी? जिहड़ी चीज़ लई तड़फदा ही रहे वो चीज़ मिले ना, तो नरक वाला जीवन हुंदा है, ते जिहड़ी चीज़ चाहुंदा है बंदा वो मिल जाती है, सारे सुख मिल जाते हैं, ये स्वर्ग वाला जीवन हुंदा है। इस करके गुरु महाराज जी फरमान करते हैं ब्रह्म ज्ञानी के घर सदा आनंद, वो पदार्थां करके वो खुश नहीं रहिंदा, उसनूं आत्मक शांति आत्मक अवस्था राही शब्द राही गुरु कृपा राही इन्नी मिलती है, ਉਹਦੇ घर दे विच सदा खुशी रहिंदी है। चाहे भगत कबीर होवे चाहे नामदेव जी महाराज जी होण, वो कहते कोई गल नहीं असी थोड़ो करना, करन वाला साडा मालक है, जिसने सानू भेजिया। नानक चिंता मत करो चिंता तिसी है, जल में जाते हो पाए तना पिरो जी दे। कदी भी जिंदगी में सोम पुणा ते कंजूस पुणा नहीं करना चाहिए, ये धन नूं कदी भी घुट के नहीं रखना चाहिए, इहदी वरतों करनी चाहिए पर सही, दुरवरतों नहीं, दुरवरतों नहीं, चंगे पासे लाउणा चाहिए, किसी की हेल्प लई लाउणा चाहिए। जे किसी कोल रब ने दिता है ਇਹਦੇ ਵਿੱਚ कभी भी तोड़ नहीं आती, लक्ष्मी तोड़ ना आवी खाए खर्च रहा, ਇਹਦੇ ਵਿੱਚ कभी भी तोड़ नहीं आती। धन जदों चंगे पासे लगेगा कभी भी तोड़ नहीं आती। इस करके महाराज जी कहते जिस को नाम धन है उसके घर सदा ही आनंद है, ब्रह्म ज्ञानी के घर सदा आनंद। आखिरी पंक्ति ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी के हिरदे रूपी घर दे विच सुख जिहड़ा है ना सहजे ही आके निवास कर दिंदा है। जिवें असीं सहजे ही चुप करके बह जाने हैं ना, ऐदां ही सुख ना पता ही नहीं लगता, अपने आप आके उहदे कोल बह जांदा है। पदार्थां दा पता ही नहीं लगता, अपने आप पदार्थ उहदे कोल आ जांदे ने। माया दा पता ही नहीं लगता, माया दासी भगतां की अपने आप ही आ जाती है। मैं ये नहीं कहता भी उन्होंने कर्म नहीं करना चाहिए, वो कर्म करता, कर्म करके ही तो सब कुछ नवनिधि 18 सिद्धि पिछे लगियां फिर, क्योंकि जिहड़ा सतपुरख है वो किरती भी है, ना समझना भी वो वेलड़ नूं मैं कह रहा, वेलड़ की गल ही नहीं हैगी इत्थे। जिहड़ा वेलड़ खांदा है ना वो तो कभी भी ये अवस्था का मालक ब्रह्म ज्ञान का बन ही नहीं सकता। इस करके वो किरती भी होएगा, वो सुहागा भी चलाएगा, वो हल भी चलाएगा, वो दुकान भी करेगा, और रेहड़ी भी लाएगा, और रिक्शा भी चलाएगा, कुछ भी कर सकता। वो कपड़े भी रंगेगा, वो कपड़े सियोएगा भी, जुतियां भी गंढेगा, वो ब्रह्म ज्ञानी भी होएगा, क्योंकि इतिहास गवाह है, गुरु ग्रंथ साहब गवाह ने। इस करके पातशाह जी कहते हैं सुख सहज निवास,
ਉਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਬਹੁਤ ਛੇਤੀ ਆ ਜਾਂਦਾ, ਟਿਕ ਜਾਂਦਾ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਸੋ ਜੋ ਜੁੜਿਆ ਹੁੰਦਾ ਸਤ ਸਰੂਪ ਬਣ ਜਾਂਦਾ। ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਰਹਿੰਦਾ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਉਹ ਸਦਾ ਹੀ ਰਹਿੰਦਾ ਇਸ ਧਰਤੀ ਤੇ, ਸਰੀਰ ਦੇ ਮਿਟਣ ਤੋਂ ਬਾਅਦ ਵੀ ਸਦਾ ਹੀ ਰਹਿੰਦਾ। ਉਹਦਾ ਨਾਮ ਸਦਾ ਹੀ ਰਹਿੰਦਾ। ਕਿਉਂ? ਉਸ ਦੇ ਗੁਣਾਂ ਕਰਕੇ ਉਸ ਨੂੰ ਯਾਦ ਕੀਤਾ ਜਾਂਦਾ। ਸੋ ਗੁਣਾਂ ਕਰਕੇ ਹੀ ਤੇ ਅਸੀਂ ਸਤਿਗੁਰੂ ਦੇ ਨਾਲ ਆਪਣੀ ਸਾਂਝ ਪ੍ਰੇਮ ਦੀ ਪਾਉਂਦੇ ਹਾਂ। ਗੁਰੂ ਨਾਨਕ ਮਹਾਰਾਜ ਜੀ ਨੂੰ ਕਾਹਦੇ ਲਈ ਯਾਦ ਕਰਦੇ ਹਾਂ? ਗੁਣਾਂ ਕਰਕੇ। ਇਸ ਕਰਕੇ ਉਸ ਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਉਹਦੇ ਗੁਣਾਂ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਉਹਨੂੰ ਕਦੀ ਸਰੀਰ ਦੀ ਗੱਲ ਨਹੀਂ ਹੈਗੀ ਇੱਥੇ, ਸਰੀਰ ਤੇ ਸਭ ਦਾ ਹੀ ਮਿਟਦਾ। ਉਸ ਜਗ੍ਹਾ ਜਾਂਦਾ ਜਿੱਥੇ ਨਾਸਤਿਕਤਾ ਵੀ ਜਾਂਦਾ। ਗੱਲ ਸਰੀਰ ਦੀ ਨਹੀਂ, ਉਹਦੇ ਗੁਣਾਂ ਦਾ ਨਾਸ਼ ਨਹੀਂ ਹੁੰਦਾ, ਉਹਦੇ ਉੱਚੇ ਸੁੱਚੇ ਜੀਵਨ ਦਾ ਨਾਸ਼ ਨਹੀਂ ਹੁੰਦਾ, ਸਦੀਵੀ ਰਹਿੰਦਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਕੱਲ ਦੀ ਵਿਚਾਰ ਹੈ ਅਗਲੀ ਪੌੜੀ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ, ਆਪਣੀ ਸੇਵਾ ਆਪ ਹੀ ਇਸੇ ਤਰ੍ਹਾਂ ਲੈ ਲੈਣੀ ਜੋ ਆਪ ਜੀ ਦੇਸ਼ ਪ੍ਰਦੇਸ਼ ਸਰਵਣ ਕਰ ਰਹੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਬਾਣੀ ਦਾ ਭਾਵ ਅਰਥ ਆਪ ਜੀ ਦੇ ਹਿਰਦੇ ਵਿੱਚ ਇਹ ਗਿਆਨ ਸਦੀਵੀ ਹੋ ਕੇ ਵਸੇ ਔਰ ਮਾਰਗ ਦਰਸ਼ਨ ਕਰੇ। ਹਰ ਕਸ਼ਟ ਹਰ ਦੁੱਖ ਗੁਰੂ ਪਾਤਸ਼ਾਹ ਆਪ ਜੀ ਦਾ ਕੱਟ ਦੇਣ, ਸਦਾ ਖੁਸ਼ੀਆਂ ਤੁਹਾਨੂੰ ਬਖਸ਼ਣ। ਸੋ ਗੁਰੂ ਦੀ ਸੰਗਤ ਦੇ ਨਾਲ, ਗੁਰੂ ਦੇ ਦੀਦਾਰ ਦੇ ਨਾਲ, ਬਾਣੀ ਕੀਰਤਨ ਕਥਾ ਸਰਵਣ ਦੇ ਨਾਲ ਹੀ ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਮਿਲਦੀਆਂ ਹਨ, ਮਿਲਣਗੀਆਂ। ਸੋ ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।